ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚੇ ਆਪਾਂ ਅਕਾਊਂਟਿੰਗ ਮੈਕੈਨਿਜ਼ਮ ਕਰ ਰਹੇ ਸੀ, ਉਹਦੇ ਵਿੱਚ ਮੈਂ ਤੁਹਾਨੂੰ ਸਮਝਾਇਆ ਸੀ ਕਿ ਤਿੰਨ ਉਹਦੇ ਮੈਕੈਨਿਜ਼ਮ ਆ। ਪਹਿਲਾ ਸਿੰਗਲ ਐਂਟਰੀ ਸਿਸਟਮ ਆ, ਦੂਜਾ ਇੰਡੀਅਨ ਸਿਸਟਮ ਆ, ਤੀਜਾ ਡਬਲ ਐਂਟਰੀ ਸਿਸਟਮ ਆ। ਬੱਚੇ ਇਹਦੇ ਵਿੱਚ ਹੁਣ ਧਿਆਨ ਦੇਣ ਵਾਲੀ ਗੱਲ ਆ ਕਿ ਮੈਂ ਤੁਹਾਨੂੰ ਉਸ ਦਿਨ ਪੂਰਾ ਸਮਝਾਇਆ ਸੀ ਕਿ ਸਿੰਗਲ ਐਂਟਰੀ ਸਿਸਟਮ ਦੇ ਵਿੱਚ ਕੀ ਹੁੰਦਾ ਹੈ। ਫਸਟ ਆਫ ਆਲ ਵੇਖੋ, ਸਿੰਗਲ ਐਂਟਰੀ ਸਿਸਟਮ ਦਾ ਮਤਲਬ ਹੁੰਦਾ ਵਾ ਕਿ ਜਦੋਂ ਆਪਾਂ ਇੱਕ ਸਿੰਗਲ ਅਕਾਊਂਟ ਦੇ ਵਿੱਚ ਆਪਾਂ ਲਿਖਦੇ ਹਾਂ, ਜਿਹੜਾ ਪੁਰਾਣੇ ਜ਼ਮਾਨੇ ਦੇ ਵਿੱਚ ਸਿੰਗਲ ਐਂਟਰੀ ਸਿਸਟਮ ਬਣਾਇਆ ਜਾਂਦਾ ਹੁੰਦਾ ਸੀ। ਇਹਦੇ ਵਿੱਚ ਵੇਖੋ ਫੋਰ ਐਗਜ਼ਾਮਪਲ ਤੁਹਾਡੇ ਕੋਲ 10,000 ਰੁਪਏ, ਠੀਕ ਹੈ, ਤੁਸੀਂ ਲਿਖ ਦਿੰਦੇ ਨਾ 10,000 ਲਿਆਂਦਾ ਵਾ। ਉਹ ਤੋਂ ਬਾਅਦ ਤੁਸੀਂ ਲਿਖ ਦਿੰਦੇ ਹੋ, ਥੱਲੇ ਲਿਖਦੇ ਜੋ ਕਿ 10,000 ਮੈਂ ਕਿੱਥੇ ਕਿੱਥੇ ਖਰਚਿਆ। ਤੁਸੀਂ ਇਹ ਲਿਖਦੇ ਜੋ 10,000 ਮੈਂ ਬੁੱਕਸ ਲਈਆਂ, ਠੀਕ ਆ, 5,000 ਦੀਆਂ ਬੁੱਕਸ, ਠੀਕ ਹੈ। ਦੂਜੀ, ਠੀਕ ਹੈ, ਆਰਟੀਫਿਸ਼ੀਅਲ ਦਾ ਕੁਛ ਸਮਾਨ ਲਿਆ, ਠੀਕ ਹੈ ਜੀ, ਉਹ ਕਿੰਨੇ ਦਾ 2,000 ਦਾ। 3,000 ਦਾ ਤੁਸੀਂ ਕੁਝ ਜਿੱਦਾਂ ਆਪਾਂ ਘਰ ਦਾ ਕਰਿਆਨੇ ਦਾ ਸਮਾਨ ਲਿਆ, ਠੀਕ ਹੈ, ਠੀਕ ਹੈ, ਸਮਝ ਆ ਗਈ। ਪੂਰਾ ਕਿੰਨਾ ਹੋ ਗਿਆ 10,000। ਇਹਨੂੰ ਕੀ ਕਹਿ ਦਿੰਦੇ ਆਪਾਂ, ਸਿੰਗਲ ਐਂਟਰੀ ਸਿਸਟਮ। ਕੀ ਕਹਿ ਦਿੰਦੇ ਆ, ਸਿੰਗਲ ਐਂਟਰੀ ਸਿਸਟਮ। ਗੱਲ ਸਮਝ ਆ ਰਹੀ ਹੈ ਮੇਰੀ? ਕਿਉਂਕਿ ਆਪਾਂ ਜਿਹੜਾ ਪੈਸਾ ਸੀ, ਜਦੋਂ ਆਪਾਂ ਘਰ ਤੁਸੀਂ ਰੋਜ਼ ਕਰਦੇ ਜੋ ਕਿ ਆ ਪੈਸਾ ਕਿੱਥੇ ਖਰਚਿਆ, ਕਿਹੜੀ ਜਗ੍ਹਾ 'ਤੇ ਖਰਚਿਆ, ਉਹ ਕੀ ਕਹਿ ਦਿੰਦੇ ਸਿੰਗਲ ਐਂਟਰੀ ਸਿਸਟਮ, ਠੀਕ ਆ। ਦਿਸ ਸਿਸਟਮ ਇਗਨੋਰਸ ਦਾ ਟੂ ਫੋਲਡ ਐਸਪੈਕਟ ਆਫ ਈਚ ਟ੍ਰਾਂਜੈਕਸ਼ਨ ਐਜ਼ ਕੰਸਰਨਡ ਇਨ ਡਬਲ ਐਂਟਰੀ ਸਿਸਟਮ। ਉਹੀ ਗੱਲ ਹੋ ਗਈ ਕਿ ਇਹ ਸਿਰਫ ਸਿੰਗਲ ਐਂਟਰੀ ਇੱਕ ਹੀ ਟ੍ਰਾਂਜੈਕਸ਼ਨ ਬਾਰੇ ਦੱਸਦਾ ਵਾ ਕਿ ਉਹ ਪੈਸਾ ਕਿੱਥੇ ਖਰਚਿਆ, ਡਬਲ ਐਂਟਰੀ ਸਿਸਟਮ ਨਹੀਂ ਦੱਸਦਾ, ਠੀਕ ਹੈ। ਅੰਡਰ ਸਿੰਗਲ ਐਂਟਰੀ ਸਿਸਟਮ ਪਰਸਨਲ ਐਸਪੈਕਟਸ ਆਫ ਏ ਟ੍ਰਾਂਜੈਕਸ਼ਨ ਦੈਟ ਇਜ਼ ਪਰਸਨਲ ਅਕਾਊਂਟਸ ਆਰ ਰਿਕਾਰਡਡ। ਸਿਰਫ ਪਰਸਨਲ ਦਾ ਮਤਲਬ ਇਹ ਹੈ ਨਾ ਕਿ ਉਹ ਪਰਸਨ ਨੇ 10,000 ਰੁਪਈਆ ਹੀ ਉਹਦੇ ਕੋਲੋਂ, ਉਹਨੇ ਉਹ 10,000 ਕਿੱਥੇ ਖਰਚਿਆ। ਪਰਸਨ ਨੇ ਕਿਤੇ ਖਰਚਿਆ, ਬੁੱਕਸ ਲਈਆਂ, ਆਰਟੀਫਿਸ਼ੀਅਲ ਦਾ ਕੁਝ ਸਮਾਨ ਲਿਆ, ਕਰਿਆਨਾ ਲਿਆ, ਠੀਕ ਹੈ ਜੀ। This method takes no note of the impersonal aspects of the transaction other than cash. If it offers no check on the accuracy of the posting and no safeguard against fraud because it does not provide any check over the recording of cash transactions. ਬੱਚੇ ਇਹਦੇ ਨਾਲ ਕਹਿੰਦਾ ਵਾ ਕਿ ਤੁਹਾਡੇ ਅਕਾਊਂਟ ਗਲਤ ਹੁੰਦੇ ਆ। ਕਿਉਂ ਗਲਤ ਹੋ ਜਾਂਦੇ ਆ? ਕੋਈ ਸੇਫਟੀ ਨਹੀਂ ਕਿ ਤੁਹਾਡੇ ਅਕਾਊਂਟ 'ਚ ਸਹੀ ਹੋਣਗੇ। ਕਿਉਂਕਿ ਬੱਚੇ ਦੇਖੋ, ਇੱਥੇ ਆਪਾਂ ਜਿਹੜਾ ਵਾ ਬੁੱਕਸ ਆ, ਆਰਟੀਫਿਸ਼ੀਅਲ ਦਾ ਜਾਂ ਕਰਿਆਨੇ ਦਾ ਸਮਾਨ, ਇੱਥੇ ਕੀ ਪਤਾ ਆਪਾਂ ਬੁੱਕਸ ਲਈਆਂ ਕਿ ਨਹੀਂ ਲਈਆਂ, ਠੀਕ ਹੈ। ਇਹ ਆਪਾਂ ਆਪਣੇ ਵੱਲੋਂ ਨਹੀਂ ਲਿੱਤਾ। ਜਿੱਦਾਂ ਤੁਸੀਂ ਘਰ ਅਕਾਊਂਟਸ ਬਣਾਉਂਦੇ ਜੋ, ਠੀਕ ਆ, ਕਿਸੇ ਵੇਲੇ ਤੁਹਾਡੇ ਪੈਸੇ ਨਹੀਂ ਪੂਰੇ ਹੁੰਦੇ ਜੋ, ਤੁਸੀਂ ਕੀ ਕਰਦੇ ਜੋ, ਪੈਸਿਆਂ ਨੂੰ ਪੂਰੇ ਕਰਨ ਲਈ ਵਿੱਚ 100, 200 ਜਾਂ 300 ਰੁਪਏ ਦਾ ਕੁਝ ਹੋਰ ਲਿਖ ਦਿੰਦੇ ਜੋ, ਠੀਕ ਹੈ। ਇਹਦੇ ਵਿੱਚ ਵੇਖੋ ਸਿਰਫ ਇੰਨੀ ਗੱਲ ਆ, ਦੇਖੋ, ਇਟ ਇਜ਼ ਅ ਸਿਸਟਮ ਵਿਚ ਰਿਕਾਰਡਸ ਕੈਸ਼ ਟ੍ਰਾਂਜੈਕਸ਼ਨਸ ਐਂਡ ਟ੍ਰਾਂਜੈਕਸ਼ਨਸ ਰਿਲੇਟਿੰਗ ਟੂ ਦਾ ਪਰਸਨਲ ਅਕਾਊਂਟਸ। ਇੰਨਾ ਧਿਆਨ ਰੱਖਣਾ ਵਾ, ਜਿਹੜਾ ਸਿੰਗਲ ਐਂਟਰੀ ਸਿਸਟਮ ਉਹ ਕਿਹੜੀਆਂ ਟ੍ਰਾਂਜੈਕਸ਼ਨਸ ਰਿਕਾਰਡ ਕਰਦਾ ਵਾ, ਉਹ ਕਿਹੜੀਆਂ ਕਰਦਾ ਵਾ, ਕੈਸ਼ ਟ੍ਰਾਂਜੈਕਸ਼ਨਸ ਕਰਦਾ ਵਾ, ਦੂਜੀਆਂ ਕਰਦਾ ਪਰਸਨਲ। ਇੱਕ ਕੈਸ਼ ਹੋ ਗਿਆ, ਦੂਜਾ ਕਿਹੜੀਆਂ ਹੋ ਗਈਆਂ, ਪਰਸਨਲ। ਸੈਕਿੰਡ ਵਨ ਇਜ਼ ਦੈਟ ਇੰਡੀਅਨ ਸਿਸਟਮ। ਦਿਸ ਇਜ਼ ਦ ਇੰਡੀਅਨ ਸਿਸਟਮ। ਇਟ ਡਿਫਰਸ ਫਰਮ ਰੀਜਨ ਟੂ ਰੀਜਨ, ਕਮਿਊਨਿਟੀ ਟੂ ਕਮਿਊਨਿਟੀ ਐਂਡ ਫਰਮ ਬਿਜ਼ਨਸ ਟੂ ਬਿਜ਼ਨਸ। Under this system, books are written in regional language such as Murres, Sarafi, etc. Books are called Baha'is. It is older than double entry system and it is complete in itself. ਬੱਚੇ ਇੰਡੀਅਨ ਦੇ ਵਿੱਚ ਵੇਖੋ, ਇੰਡੀਅਨ ਸਿਸਟਮ ਦਾ ਮਤਲਬ ਇਹ ਕਹਿੰਦਾ ਕਿ ਕੋਈ ਵੀ ਬਿਜ਼ਨਸਮੈਨ ਆ, ਉਹ ਆਪਣੀ ਲੈਂਗੁਏਜ ਦੇ ਵਿੱਚ, ਲੈਂਗੁਏਜ ਦਾ ਮਤਲਬ ਜੇ ਆਪਾਂ ਪੰਜਾਬੀ 'ਚ ਰਿਕਾਰਡ ਕਰਦੇ ਹਾਂ, ਆਪਣੀ ਆਪਣਾ ਪੰਜਾਬ 'ਚ ਰਹਿੰਦਾ, ਆਪਾਂ ਪੰਜਾਬੀ 'ਚ ਰਿਕਾਰਡ ਕਰਾਂਗੇ, ਠੀਕ ਆ। ਜਿਹੜੇ ਬੰਗਾਲ 'ਚ ਰਹਿੰਦੇ, ਬੰਗਾਲੀ ਵਾਲੀ ਲੈਂਗੁਏਜ 'ਚ ਕਰਨਗੇ, ਠੀਕ ਹੈ। ਜਿਹੜੇ ਮੁਸਲਿਮਸ ਆ, ਮੁਸਲਿਮ ਵਾਲੀ ਲੈਂਗੁਏਜ 'ਚ ਕਰਨਗੇ, ਜਾਂ ਜਿਹਨੂੰ ਆਪਾਂ ਆਂਧਰਾ ਪ੍ਰਦੇਸ਼ ਵਾਲੇ ਆਪਣੀ ਲੈਂਗੁਏਜ 'ਚ ਕਰਨਗੇ, ਠੀਕ ਹੈ। ਕਹਿੰਦੇ ਕਿ ਇਹ ਉਹ ਵਾਲੀ ਹੈ ਜਿਹੜੇ ਆਪਣੀ ਲੈਂਗੁਏਜ 'ਚ ਲਿਖਦੇ ਆ, ਅਤੇ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਬੁੱਕ ਨੂੰ ਕੀ ਕਹੀਦਾ, ਬਾਹਾਈਸ, ਠੀਕ ਆ ਜੀ। ਸਮਝ ਆ ਗਈ ਕਿ ਇਹ ਹਰ ਕੋਈ ਆਪਣੀ ਲੈਂਗੁਏਜ 'ਚ ਜਿੱਦਾਂ ਲਿਖਦਾ। ਹੁਣ ਤੁਸੀਂ ਆਪਾਂ ਪੰਜਾਬ ਦੇ ਹਾਂ, ਤਾਂ ਆਪਾਂ ਪੰਜਾਬੀ 'ਚ ਲਿਖਦੇ ਹਾਂ ਕਿ ਆਪਣੇ ਅਕਾਊਂਟਸ ਮੇਨਟੇਨ ਕਰਦੇ ਹਾਂ। ਤੁਸੀਂ ਘਰ ਦੇ ਵਿੱਚ ਰਹਿੰਦੇ ਜੋ, ਪੰਜਾਬੀ ਦੇ ਵਿੱਚ ਕਰਦੇ ਜੋ। ਹੁਣ ਡਬਲ ਐਂਟਰੀ ਸਿਸਟਮ ਉਹ ਵਾਲਾ ਸਿਸਟਮ ਆ ਜਿਹੜਾ ਆਪਾਂ ਸਾਰੇ ਜਿਹੜੇ ਬਿਜ਼ਨਸਮੈਨ ਆ, ਜਿਹਦੇ ਨਾਲ ਆਡਿਟ ਹੁੰਦੀ ਆ। ਆਡਿਟ ਮਤਲਬ ਜੇ ਤੁਸੀਂ ਬਾਹਰ ਵੀ ਕਿਤੇ ਚੱਲ ਜਾਓਗੇ, ਅਬਰੋਡ ਚੱਲ ਜਾਓਗੇ, ਕੈਨੇਡਾ, ਆਸਟ੍ਰੇਲੀਆ, ਉਹ ਕਿਹੜਾ ਵਾਲਾ ਸਿਸਟਮ ਚੱਲਦਾ ਵਾ, ਡਬਲ ਐਂਟਰੀ ਸਿਸਟਮ, ਠੀਕ ਹੈ। ਕਿਹੜਾ ਵਾਲਾ ਸਿਸਟਮ ਚੱਲਦਾ, ਡਬਲ ਐਂਟਰੀ ਸਿਸਟਮ। ਹੁਣ ਇੱਥੇ ਵੇਖੋ, ਦ ਡਬਲ ਐਂਟਰੀ ਸਿਸਟਮ ਵਾਸ ਫਸਟ ਇਵੋਲਵਡ ਬਾਈ ਲੁਕਾ ਪੈਸੋਲੀ। ਇਹਦੇ ਵਿੱਚ ਵੇਖ ਲਓ ਕਿੰਨੇ ਡਿਵੈਲਪ ਕੀਤਾ, ਇਹ ਲੁਕਾ ਪੈਸੋਲੀ, ਹੂ ਵਾਜ਼ ਏ ਫ੍ਰਾਂਸੀਅਨ ਮੌਕ ਇਨ ਇਟਲੀ, ਠੀਕ ਹੈ ਜੀ। ਵਿਦ ਦ ਪੈਸੇਜ ਆਫ ਟਾਈਮ ਦ ਸਿਸਟਮ ਹੈਜ਼ ਗੋਨ ਥਰੂ ਲੋਟ ਆਫ ਡਿਵੈਲਪਮੈਂਟ ਸਟੇਜਿਸ। ਇਟ ਇਜ਼ ਦ ਓਨਲੀ ਮੈਥਡ ਫੁਲਫਿਲਿੰਗ all the objectives of systematic accounting. It recognizes the two-fold aspect of every business aspect. ਕਹਿੰਦੇ ਕਿ ਇਹਦੇ ਵਿੱਚ two-fold aspect ਹੁੰਦੇ ਆ। two-fold aspect ਦਾ ਮਤਲਬ ਹੁੰਦਾ ਵਾ ਕਿ ਦੋ ਐਂਟਰੀਆਂ ਹੁੰਦੀਆਂ। ਫੋਰ ਐਗਜ਼ਾਮਪਲ ਦੇਖੋ, 10,000 ਰੁਪਈਆ ਸੀ ਤੁਹਾਡੇ ਕੋਲ, ਸਮਝ ਆ ਗਈ ਮੇਰੀ ਗੱਲ ਦੀ?
ਇੱਕ ਤਾਂ ਤੁਸੀਂ ਜਿੱਥੇ ਮੇਨਟੇਨ ਕਰ ਰਹੇ ਜੋ ਅਕਾਊਂਟਸ 10,000 ਰੁਪਇਆ ਉਹਦੇ ਵਿੱਚ ਤੁਸੀਂ ਮੈਂ ਤੁਹਾਨੂੰ ਪਹਿਲਾਂ ਵੀ ਮੈਂ ਡਬਲ ਐਂਟਰੀ ਸਿਸਟਮ ਦਾ ਸਮਝਾਇਆ ਕਿ ਜਿਹਦੀਆਂ ਆਪਾਂ 2 ਵਾਰੀ ਟ੍ਰਾਂਜੈਕਸ਼ਨਸ ਲਿਖੀ ਦੀਆਂ 10,000 ਰੁਪਇਆ ਤੁਸੀਂ ਪਹਿਲਾਂ ਕਿੱਥੇ ਲਿਖਿਆ ਕਿ ਤੁਸੀਂ ਕਿਹਨੂੰ ਦਿੱਤਾ ਵਾ ਸੈਲਰੀ ਦਿੱਤੀ ਕਿਹਨੂੰ ਦਿੱਤੀ ਹੈ ਨੌਕਰ ਨੂੰ 10,000 ਦੀ 10,000 ਸੈਲਰੀ ਦੇਤੀ ਇੱਥੇ ਅਕਾਊਂਟ ਪੂਰੇ ਹੋ ਗਏ ਕਿ 10,000 ਰੁਪਇਆ ਤੁਸੀਂ ਕਿੱਥੋਂ ਲਿਆਂਦਾ ਸੀ ਤੁਸੀਂ ਜਿੱਦਾਂ ਆਪਾਂ ਕਹਿ ਦਈਏ ਕਿ ਤੁਸੀਂ ਲਿਆਂਦਾ ਸੀ ਕਿੱਥੋਂ ਲਿਆਂਦਾ ਸੀ ਬੈਂਕ 'ਚੋਂ ਕਢਾਇਆ ਸੀ ਇੱਥੇ ਉੱਤੋਂ ਕਿੱਥੋਂ ਆ ਗਈ ਬੈਂਕ ਠੀਕ ਆ ਬੈਂਕ 'ਚੋਂ ਕਢਾਇਆ ਕਿਹਨੂੰ ਦਿੱਤਾ ਸੈਲਰੀ ਕਿਹਨੂੰ ਦਿੱਤੀ ਆ ਠੀਕ ਆ ਸੈਲਰੀ ਦਿੱਤੀ ਹੁਣ ਦੇਖੋ ਦੂਜੀ ਗੱਲ ਇਹ ਭਈਏ ਨੂੰ ਸੈਲਰੀ ਦਿੱਤੀ ਜਾਏ ਤੁਹਾਡੇ ਘਰ ਕੰਮ ਕਰਦਾ ਇੱਕ ਅਕਾਊਂਟ ਤਾਂ ਇਹ ਹੋ ਗਿਆ ਹੁਣ ਡੂਅਲ ਇਫੈਕਟ ਦਾ ਮਤਲਬ ਡਬਲ ਅਕਾਊਂਟ ਬਣੂਗਾ ਦੂਜਾ ਅਕਾਊਂਟ ਕਿੱਥੇ ਬਣੂਗਾ ਜਿੱਥੇ ਉਹ ਰਾਮ ਦਾ ਅਕਾਊਂਟ ਸੈਲਰੀ ਕਿਹਨੂੰ ਦਿੱਤੀ ਰਾਮ ਠੀਕ ਆ ਰਾਮ ਨੇ ਤੁਹਾਡੇ ਕੋਲ ਪਹਿਲਾਂ ਵੀ ਬੜੇ ਪੈਸੇ ਖੜੇ ਆ ਜਿੱਦਾਂ ਰਾਮ ਦਾ ਅਕਾਊਂਟ ਨਹੀਂ ਬਣਾਇਆ ਰਾਮ ਨੇ ਪਹਿਲਾਂ ਤੁਹਾਡੇ ਕੋਲ 3,000 ਰੁਪਈਆ ਖੜਿਆ ਠੀਕ ਆ ਫਿਰ 2 ਖੜਿਆ ਹੁਣ ਕਿੰਨਾ ਲੈ ਗਿਆ 10,000 ਡੂਅਲ ਇਫੈਕਟ ਹੋ ਗਿਆ ਡੂਅਲ ਇਫੈਕਟ ਦਾ ਮਤਲਬ ਇੱਕ ਆਪਾਂ ਕਿੱਥੇ ਕਰਨ ਦੇ ਜਿੱਥੇ ਪੈਸੇ ਆਪਾਂ ਪੂਰੇ ਕਰਨੇ ਠੀਕ ਆ ਇੱਕ ਬੁੱਕ ਤੁਸੀਂ ਉਦੋਂ ਲਾਈ ਹੁੰਦੀ ਜਿੱਥੇ ਤੁਸੀਂ ਆਪਣੇ ਪੈਸੇ ਪੂਰੇ ਕਰਦੇ ਹੋ ਦੂਜੇ ਤੁਸੀਂ ਉੱਥੇ ਅਕਾਊਂਟ ਕਿੱਥੇ ਲਿਖਦੇ ਜੋ ਜਿੱਥੇ ਆਪਾਂ ਕੀ ਕਰਦੇ ਹਾਂ ਇਹ ਲਿਖਦੇ ਹਾਂ ਕਿ ਉਹ ਰਾਮ ਨੇ ਉਹ ਭਈਏ ਨੇ ਸਾਡੇ ਕੋਲ ਪੂਰੇ ਟੋਟਲ ਪੈਸੇ ਕਿੰਨੇ ਲੈ ਗਿਆ ਇਹਦਾ ਮਤਲਬ ਇਹ ਡਬਲ ਇਫੈਕਟ ਹੋ ਗਿਆ ਡਬਲ ਇਫੈਕਟ ਦਾ ਮਤਲਬ ਇੱਕ ਵਾਰੀ ਤੁਸੀਂ ਇੱਥੇ ਲਿਖਿਆ ਜਿੱਥੇ ਪੈਸੇ ਪੂਰੇ ਕਰਨੇ ਇੱਕ ਵਾਰੀ ਉੱਥੇ ਲਿਖਣ ਦੇ ਕਿ ਜਿੱਥੇ ਇਹ ਵੇਖਣਾ ਕਿ ਟੋਟਲ ਪੈਸੇ ਉਹ ਕਿੰਨੇ ਲੈ ਗਿਆ ਗੱਲ ਸਮਝ ਆ ਰਹੀ ਇਹਨੂੰ ਕਹਿੰਦੇ ਡੂਅਲ ਇਫੈਕਟ ਦਾ ਮਤਲਬ ਕਿ ਟ੍ਰਾਂਜੈਕਸ਼ਨ ਨੂੰ ਆਪਾਂ 2 ਵਾਰੀ ਲਿਖਦੇ ਹਾਂ ਬਟ ਸਿੰਗਲ ਐਂਟਰੀ ਸਿਸਟਮ ਦੇ ਵਿੱਚ ਆਪਾਂ ਟ੍ਰਾਂਜੈਕਸ਼ਨ ਨੂੰ ਇੱਕ ਵਾਰੀ ਹੀ ਲਿਖੀਦਾ ਠੀਕ ਹੈ ਜੀ ਗੱਲ ਸਮਝ ਆ ਰਹੀ ਹੈ ਮੇਰੀ ਠੀਕ ਹੈ ਹੁਣ ਦੇਖੋ ਡੂਅਲ ਐਂਟਰੀ ਸਿਸਟਮ ਦੇ ਵਿੱਚ ਡੂਅਲ ਕਨਸੈਪਟ ਇਜ਼ ਦਾ ਬੇਸਿਸ ਆਫ ਅਕਾਊਂਟਿੰਗ ਇਕੁਏਸ਼ਨ ਅੰਡਰ ਦਿਸ ਕਨਸੈਪਟ ਦਾ ਟੋਟਲ ਐਸੈਟਸ ਆਫ ਦਾ ਬਿਜ਼ਨਸ ਐਂਟਰਪ੍ਰਾਈਜ਼ ਆਰ ਆਲਵੇਜ਼ ਇਕੁਅਲ ਟੂ ਟੋਟਲ ਇਕੁਇਟੀਜ਼ ਇਹਦੇ ਵਿੱਚ ਹੁਣ ਇੱਕ ਗੱਲ ਹੋਰ ਦਾ ਧਿਆਨ ਰੱਖਣਾ ਵਾ ਇਹਦੇ ਵਿੱਚ ਉਹ ਕੀ ਕਹਿ ਰਿਹਾ ਵਾ ਕਿ ਜਿਹੜੇ ਤੁਸੀਂ ਐਸੈਟ ਆ ਠੀਕ ਹੈ ਇਕੁਇਟੀ ਦੇ ਬਰਾਬਰ ਆ ਟੋਟਲ ਇਕੁਇਟੀਜ਼ ਦਾ ਮਤਲਬ ਹੁੰਦਾ ਕਿ ਜਿੰਨਾ ਤੁਸੀਂ ਕਰਜ਼ਾ ਲਿਆ ਠੀਕ ਆ ਬੱਚਾ 10,000 ਦਾ ਤੁਸੀਂ ਕਿਤੇ ਕਰਜ਼ਾ ਲਿਆ ਇਕੁਇਟੀ ਦਾ ਇੱਥੇ ਮੰਨ ਕੇ ਚਲੋ ਮਤਲਬ ਹੀ ਕੀ ਹੈ ਕਿ ਕਰਜ਼ਾ ਠੀਕ ਆ ਓਬਵੀਅਸਲੀ ਜਿੰਨਾ ਤੁਸੀਂ ਕਰਜ਼ਾ ਲਓਗੇ ਉਨਾ ਹੀ ਤੁਸੀਂ ਐਸੈਟ ਖਰੀਦ ਸਕੋਗੇ ਜਿੰਨਾ ਤੁਸੀਂ ਕਿਸੇ ਕੋਲ ਲੋਨ ਲਓਗੇ ਠੀਕ ਆ ਕਰਜ਼ੇ ਦਾ ਮਤਲਬ ਕੀ ਹੈ ਲੋਨ ਤੁਹਾਡੇ ਕੋਲ ਹੁਣ ਮੈਂ ਤੁਹਾਨੂੰ ਪਹਿਲਾਂ ਵੀ ਸਮਝਾਇਆ ਸੀ ਆਪਾਂ ਪਹਿਲਾਂ ਹੀ ਕਨਸੈਪਟ ਕੀਤਾ ਸੀ ਕਿ ਠੀਕ ਆ ਪਹਿਲੇ ਕਨਸੈਪਟ ਦੇ ਵਿੱਚ ਕੀਤਾ ਸੀ ਨਾ ਪਹਿਲਾ ਕਨਸੈਪਟ ਕਿਹੜਾ ਕੀਤਾ ਸੀ ਜਿਹਦੇ ਵਿੱਚ ਆਪਾਂ ਕਹਿੰਦੇ ਆ ਕਿ ਪਹਿਲੇ ਕਨਸੈਪਟ ਦੇ ਵਿੱਚ ਆਪਾਂ ਪੜ੍ਹਿਆ ਸੀ ਨਾ ਦੇਖੋ ਇੱਥੇ ਮੈਂ ਤੁਹਾਨੂੰ ਦੱਸਦੀ ਹਾਂ ਮਿੰਟ ਬੱਚੇ ਪਹਿਲਾ ਕਨਸੈਪਟ ਪੜ੍ਹਿਆ ਸੀ ਨਾ ਬਿਜ਼ਨਸ ਐਂਟੀਟੀ ਕਨਸੈਪਟ ਦੇ ਵਿੱਚ ਤੁਸੀਂ ਪੜ੍ਹਿਆ ਸੀ ਨਾ ਕਿ ਜਿਹੜਾ ਬਿਜ਼ਨਸ ਆ ਅਤੇ ਬਿਜ਼ਨਸਮੈਨ ਦੋਵੇਂ ਵੱਖ-ਵੱਖ ਚੀਜ਼ਾਂ ਜੇ ਬਿਜ਼ਨਸਮੈਨ ਆ ਬਿਜ਼ਨਸ ਨੂੰ ਕੀ ਦਿੰਦਾ ਲੋਨ ਦਿੰਦਾ ਠੀਕ ਹੈ ਲੋਨ ਦਿੰਦਾ ਨਾ ਜੇ ਕੋਈ ਓਨਰ ਆ ਉਹ ਵੀ ਪੈਸਾ ਲਾਉਂਦਾ ਬਿਜ਼ਨਸ ਦੇ ਵਿੱਚ 10,000 ਰੁਪਈਆ ਲਾਇਆ ਤੁਹਾਨੂੰ ਇਹ ਹੁੰਦਾ ਮੈਨੂੰ ਪ੍ਰੋਫਿਟ ਹੋਵੇ ਕਿੰਨਾ ਹੋਵੇ ਪ੍ਰੋਫਿਟ 10 ਦਾ ਕਿੰਨਾ ਹੋਵੇ 15,000 ਹੋਵੇ 20,000 ਹੋਵੇ ਠੀਕ ਹੈ ਇਹਦਾ ਮਤਲਬ ਆ ਕਿ ਬਿਜ਼ਨਸਮੈਨ ਨੇ ਵੀ ਲੋਨ ਦਿੱਤਾ ਕਿਹਨੂੰ ਦਿੱਤਾ ਬਿਜ਼ਨਸ ਨੂੰ ਓਬਵੀਅਸਲੀ ਇਹਦਾ ਮਤਲਬ ਇਹ ਆ ਕਿ ਜਿੰਨੀਆਂ ਤੁਹਾਡੀਆਂ ਇਕੁਇਟੀ ਦਾ ਮਤਲਬ ਹੁੰਦਾ ਲੋਨ ਠੀਕ ਆ ਜਿੰਨਾ ਬਿਜ਼ਨਸ ਨੇ ਲੋਨ ਲਿਆ ਵਾ ਉਨਾ ਹੀ ਉਹਦੇ ਕੋਲ ਜਿੰਨਾ ਬਿਜ਼ਨਸ ਨੇ ਲੋਨ ਲਿਆ ਲੋਨ ਦਾ ਮਤਲਬ ਜਿੰਨਾ ਪੈਸਾ ਹੋਊਗਾ ਉਨਾ ਹੀ ਉਹ ਕੀ ਬਾਏ ਕਰ ਸਕੂਗਾ ਐਸੈਟ ਸੋ ਡਬਲ ਐਂਟਰੀ ਸਿਸਟਮ ਦੇ ਵਿੱਚ ਤੁਸੀਂ ਇਹ ਵੀ ਲੈ ਸਕਦੇ ਜੋ ਕਿ ਜਿੰਨੇ ਬਿਜ਼ਨਸ ਕੋ ਐਸੈਟ ਆ ਉਹਦੇ ਮੁਤਾਬਿਕ ਹੀ ਉਹਦੇ ਕੋਲ ਕੀ ਆ ਆਰ ਇਕੁਅਲ ਟੂ ਟੋਟਲ ਇਕੁਇਟੀਜ਼ ਦਾ ਮਤਲਬ ਜਿੰਨਾ ਲੋਨ ਆ ਉਨੇ ਹੀ ਐਸੈਟ ਹੋਣਗੇ ਓਬਵੀਅਸਲੀ ਜਿੰਨਾ ਪੈਸਾ ਤੁਹਾਡੇ ਕੋਲ ਜੇ ਤੁਹਾਡੇ ਕੋਲ 20,000 ਆ ਤੁਹਾਡੇ ਕੋਲ ਪਿਆ ਤੁਸੀਂ ਲਿਆ ਕੇ ਤਾਂ ਤੁਸੀਂ 20,000 ਦੀ ਐਸੈਟ ਬਾਈ ਕਰੋਗੇ ਠੀਕ ਹੈ ਸੋ ਇੱਥੇ ਕੀ ਲਿਖੋਗੇ ਇਕੁਇਟੀ ਇਕੁਅਲਸ ਟੂ ਐਸੈਟਸ ਠੀਕ ਹੈ ਸਮਝ ਆ ਰਹੀ ਹੈ ਇੰਨੀ ਗੱਲ ਦੀ The rights or claims against the asset of the business are called equities. In other words, the sources of the assets are called equities. Sources ਦਾ ਮਤਲਬ ਉਹੀ ਹੋ ਗਿਆ ਕਿ ਜਿੰਨਾ sources ਦਾ ਮਤਲਬ ਆ ਕਿ ਜਿਹੜੀਆਂ ਚੀਜ਼ਾਂ ਤੋਂ ਆਪਾਂ assets ਲਏ assets ਦਾ ਮਤਲਬ ਕਿੱਥੋਂ ਲਏ ਆ sources ਦਾ ਮਤਲਬ 5,000 ਮੈਂ ਲੋਨ ਲਿਆ 10,000 ਓਨਰ ਆਪਣੇ ਕੋਲੋਂ ਲੈ ਕੇ ਆਇਆ ਉਹਨੂੰ ਆਪਾਂ ਕੀ ਕਹਿੰਦੇ ਨੇ equities. These rights or claims may consist of owners and creditors. ਬੱਚੇ obviously ਹੁਣ ਮੈਂ ਤੁਹਾਨੂੰ ਇੱਥੇ ਸਮਝਾਉਂਗੀ ਵਾ ਇੱਥੇ ਬੱਚੇ the right of owner is called owner's equity and right of creditors is called creditors equity. ਹੁਣ ਦੇਖੋ ਪਿਆਰ ਗੱਲ ਮੇਰੀ ਸਮਝੋ ਜਿਹੜੇ ਆਪਾਂ ਐਸੈਟ ਬਾਈ ਕੀਤੇ ਆ ਉਹ ਕਿੱਥੋਂ ਬਾਈ ਕੀਤੇ ਇਕੁਇਟੀਜ਼ ਤੋਂ ਇੱਥੋਂ ਆ ਨਾ ਮੈਂ ਤੁਹਾਨੂੰ ਸਮਝਾਉਣ ਲੱਗੀ ਐਸੈਟ ਬਾਈ ਕੀਤੇ ਐਸੈਟਸ ਇਕੁਅਲਸ ਟੂ ਇਕੁਇਟੀਜ਼ ਇਕੁਇਟੀ ਹੈ ਨਾ ਇਕੁਇਟੀ ਦਾ ਮਤਲਬ ਕਿ ਤੁਸੀਂ ਲੋਨ ਲਿਆ ਠੀਕ ਆ ਹੁਣ ਐਸੈਟ ਜਿਹੜੇ ਲਏ ਐਸੈਟ ਦੇ ਵਿੱਚ ਤੁਸੀਂ ਕੀ ਬਾਈ ਕਰ ਸਕਦੇ ਹੋ ਐਸੈਟ ਦੇ ਵਿੱਚ ਤੁਸੀਂ ਕਾਰ ਬਾਈ ਕੀਤੀ ਮਸ਼ੀਨਰੀ ਬਾਈ ਕੀਤੀ ਗੱਲ ਸਮਝ ਆ ਰਹੀ ਇਕੁਇਟੀਜ਼ ਦਾ ਮਤਲਬ ਲੋਨ ਤੇ ਲੋਨ ਮੈਂ ਤੁਹਾਨੂੰ ਪਹਿਲਾਂ ਵੀ ਸਮਝਾਇਆ ਲੋਨ ਤੁਸੀਂ ਓਨਰ ਦਾ ਵੀ ਹੋ ਸਕਦਾ ਵਾ ਤੇ ਦੂਜਾ ਕਿਹਦਾ ਹੋ ਸਕਦਾ ਵਾ ਕ੍ਰੈਡੀਟਰਸ ਦਾ ਮਤਲਬ ਕੀ ਹੁੰਦਾ ਜਦੋਂ ਆਪਾਂ ਬਾਹਰੋਂ ਕਿਤੋਂ ਪੈਸਾ ਲਿਆ ਹੁੰਦਾ ਗੱਲ ਸਮਝ ਆ ਰਹੀ ਹੈ ਕਿ ਨਹੀਂ
ਜਿਹੜਾ ਲੋਨ ਆ ਇਕੁਇਟੀ ਆ ਉਹ ਕਿਹਦਾ ਹੋ ਸਕਦਾ, ਓਨਰ ਨੇ ਵੀ ਲੋਨ ਦਿੱਤਾ ਹੋ ਸਕਦਾ, ਕ੍ਰੈਡੀਟਰਸ ਮਤਲਬ ਜਿਨ੍ਹਾਂ ਨੇ ਬਿਜ਼ਨਸ ਨੂੰ ਪੈਸਾ ਕਾਹਦੇ ਉੱਤੇ ਦਿੱਤਾ, ਉਧਾਰ 'ਤੇ ਦਿੱਤਾ। ਸਮਝ ਆ ਰਹੀ ਆ? ਸੋ ਗੱਲ ਸਮਝੋ ਮੇਰੀ, ਓਨਰ ਇਕੁਇਟੀ ਪਲੱਸ ਕ੍ਰੈਡੀਟਰ ਇਕੁਇਟੀ ਇਕੁਅਲਸ ਟੂ ਐਸੈਟਸ। ਗੱਲ ਸਮਝ ਆ ਰਹੀ ਹੈ? ਠੀਕ ਹੈ ਜੀ। ਹੁਣ ਓਨਰ ਇਕੁਇਟੀ ਆ, ਓਬਵੀਅਸਲੀ ਮੈਂ ਤੁਹਾਨੂੰ ਪਹਿਲਾਂ ਵੀ ਸਮਝਾਇਆ, ਜਿਹੜਾ ਓਨਰ ਆ, ਓਨਰ ਨੇ ਜਿਹੜਾ ਪੈਸਾ ਦਿੱਤਾ ਹੁੰਦਾ ਉਹਨੂੰ ਆਪਾਂ ਕੀ ਕਹਿੰਦੇ ਆ, ਕੈਪੀਟਲ ਕਹਿੰਦੇ ਆ। ਜਿਹੜਾ ਬਾਹਰਲੇ ਲੋਕਾਂ ਨੇ ਪੈਸਾ ਦਿੱਤਾ ਹੁੰਦਾ ਉਹਨੂੰ ਆਪਾਂ ਕੀ ਕਹਿੰਦੇ ਆ, ਕਰਜ਼ਾ ਕਹਿੰਦੇ ਆ, ਲਾਇਬਿਲਿਟੀ ਇਕੁਅਲਸ ਟੂ ਐਸੈਟਸ। ਇੱਕ ਵਾਰੀ ਮੈਂ ਫਿਰ ਸਮਝਾ ਦਿੰਦੀ ਹਾਂ। ਦੇਖੋ ਬੱਚੇ, ਡਬਲ ਐਂਟਰੀ ਸਿਸਟਮ ਆ। ਡਬਲ ਐਂਟਰੀ ਸਿਸਟਮ ਦੇ ਵਿੱਚ ਧਿਆਨ ਨਾਲ ਸਮਝੋ ਕਿ ਜਿਹੜਾ ਤੁਸੀਂ ਕਰਜ਼ਾ ਕੀ ਹੈ ਤੁਹਾਡਾ, ਇਕੁਇਟੀ। ਜਿੰਨਾ ਤੁਹਾਡੇ ਕੋਲ ਪੈਸਾ ਹੋਊਗਾ ਉਹਦੇ ਅਕੋਰਡਿੰਗ ਤੁਸੀਂ ਕੀ ਲੈਂਦੇ ਜੋ, ਜਿੰਨਾ ਤੁਹਾਡੇ ਕੋਲ ਪੈਸਾ ਹੋਊਗਾ ਉਹਦੇ ਅਕੋਰਡਿੰਗ ਹੀ ਤੁਸੀਂ ਕੀ ਲੈਂਦੇ ਜੋ, ਐਸੈਟ ਲੈਂਦੇ ਜੋ। ਠੀਕ ਹੈ। ਜਿਹੜਾ ਲੋਨ ਆ ਇਹਦਾ ਮਤਲਬ ਇਹਨੂੰ ਮੰਨ ਕੇ ਚਲੋ ਲੋਨ ਆ। ਠੀਕ ਹੈ। ਲੋਨ ਜਿਹੜਾ ਵਾ ਉਹ ਕਿੰਨੇ 'ਚ ਡਿਵਾਈਡ ਆ, ਇੱਕ ਓਨਰ ਨੇ ਦਿੱਤਾ, ਓਨਰ ਕੌਣ ਹੁੰਦਾ, ਬਿਜ਼ਨਸਮੈਨ। ਇੱਕ ਤੁਸੀਂ ਬਾਹਰ ਦੇ ਲੋਕਾਂ ਕੋਲ ਲੈਂਦੇ ਜੋ, ਕ੍ਰੈਡੀਟਰਸ ਕੋਲੋਂ, ਇਕੁਅਲਸ ਟੂ ਐਸੈਟ। ਠੀਕ ਹੈ ਜੀ। ਓਨਰ ਜਿਹੜਾ ਲੋਨ ਦਿੰਦਾ ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਪੜ੍ਹਿਆ ਨਾ ਫਸਟ ਚੈਪਟਰ 'ਚ, ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਕੈਪੀਟਲ ਦਾ ਮਤਲਬ ਹੁੰਦਾ ਜਿਹੜਾ ਪੈਸਾ ਓਨਰ ਲੈ ਕੇ ਆਉਂਦਾ। ਕ੍ਰੈਡੀਟਰ ਨੇ ਜਿਹੜਾ ਪੈਸਾ ਦਿੱਤਾ ਹੁੰਦਾ ਉਹ ਕੀ ਹੁੰਦੀ ਹੈ, ਲਾਇਬਿਲਿਟੀ ਦਾ ਮਤਲਬ ਕਰਜ਼ਾ। ਸਮਝਾਈਆਂ ਵਾ ਨਾ ਟਰਮੀਨੋਲੋਜੀ, ਇਕੁਅਲਸ ਟੂ ਐਸਿਡ। ਆਹ ਚੀਜ਼ਾਂ ਲਰਨ ਕਰਨੀਆਂ ਵਾ। ਠੀਕ ਹੈ ਜੀ। ਗੱਲ ਸਮਝ ਆ ਗਈ? ਆ ਥੱਲੇ ਕੁਝ ਕਰਨ ਦੀ ਲੋੜ ਨਹੀਂ, ਬਸ ਤੁਹਾਨੂੰ ਇੰਨਾ ਪਤਾ ਹੋਣਾ ਚਾਹੀਦਾ ਵਾ ਕਿ ਓਨਰ ਇਕੁਇਟੀ ਪਲੱਸ ਕ੍ਰੈਡੀਟਰਸ ਇਕੁਅਲਸ ਟੂ ਐਸਿਡ ਤੇ ਕੈਪੀਟਲ। ਇੱਦਾਂ ਹੀ ਲਿਖਣਾ ਜਿੱਦਾਂ ਮੈਂ ਕਰਵਾਇਆ ਵਾ। ਠੀਕ ਆ। ਆ ਤਿੰਨੇ ਸਟੈਪ ਲਿਖਣੇ ਆ, ਇੱਕ ਸਟੈਪ ਪਹਿਲਾ, ਦੂਜਾ ਫਿਰ ਤੇ ਤੀਜਾ। ਠੀਕ ਹੈ ਜੀ। ਸਮਝ ਆ ਗਈ ਹੈ ਮੇਰੀ ਗੱਲ ਦੀ? ਠੀਕ ਹੈ ਜੀ। ਠੀਕ ਹੈ ਜੀ ਬੱਚੇ। ਹੁਣ ਦੇਖੋ ਇਹਦੇ ਵਿੱਚ ਵੇਖੋ ਉਹਨੇ ਇੱਕ ਹੋਰ ਚੀਜ਼ ਕੀ ਆ ਕਿ ਜਦੋਂ ਬਿਜ਼ਨਸ ਆਪਾਂ ਬੰਦ ਕਰ ਦਈਦਾ, ਇਹਦਾ ਇੱਥੇ ਦੇਖੋ, in the case of winding up of a business, the owner does not have any claim against the assets until all claims of the creditors have been paid in full. For this reason, the claims of the owner are sometimes referred to as a residual. From this point of view, the accounting equation can be expressed. ਬੱਚੇ, ਵਾਈਂਡਿੰਗ ਅਪ ਦਾ ਮਤਲਬ ਹੁੰਦਾ ਵਾ ਕਿ ਜਦੋਂ ਤੁਸੀਂ ਬਿਜ਼ਨਸ ਬੰਦ ਕਰ ਦੇਣ ਲੱਗੇ ਜੋ, ਜਦੋਂ ਤੁਹਾਨੂੰ ਐਂ ਲੱਗਦਾ ਵਾ ਕਿ ਮੈਨੂੰ ਲੋਸ ਹੋਣ ਦਿਆ ਵਾ ਜਾਂ ਮੈਂ ਬਹੁਤ ਪ੍ਰੋਫਿਟ ਕਮਾ ਲਿਆ, ਹੁਣ ਮੈਂ ਨਹੀਂ ਬਿਜ਼ਨਸ ਚਲਾਉਣਾ ਚਾਹੁੰਦਾ। ਕਹਿੰਦੇ ਜਦੋਂ ਤੁਸੀਂ ਬਿਜ਼ਨਸ ਨੂੰ ਵਾਈਂਡ ਅਪ ਕਰ ਦਿੰਦੇ, ਵਾਈਂਡ ਅਪ ਦਾ ਮਤਲਬ ਹੁੰਦਾ ਬੰਦ ਕਰ ਦਿੰਦੇ ਜੋ। ਠੀਕ ਆ। ਅਤੇ ਸਾਰਿਆਂ ਨਾਲੋਂ ਐਂਡ 'ਤੇ ਪੈਸਾ ਕੌਣ ਲਊਗਾ, ਪਹਿਲਾਂ ਜਿਹੜਾ ਆਪਾਂ ਬਿਜ਼ਨਸਮੈਨ ਆ ਉਹ ਕਿਹਦੇ ਪੈਸੇ ਵਾਪਸ ਕਰੂਗਾ, ਲੋਕਾਂ ਦੇ। ਜਿਹੜੇ ਕਿਹੜੇ ਲੋਕ ਆ, ਜਿਹੜੇ ਜਿਨ੍ਹਾਂ ਕੋਲ ਕਰਜ਼ਾ ਲਿਆ, ਕ੍ਰੈਡੀਟਰਸ ਦੇ। ਸਮਝ ਆ ਗਈ? ਗੱਲ ਸਮਝ ਆ ਰਹੀ ਹੈ ਮੇਰੀ ਕਿ ਨਹੀਂ? ਠੀਕ ਹੈ। ਸੋ ਆਪਾਂ ਐਂਡ ਦੇ ਆ ਆਪਣੇ ਕੋਲ ਆਈ ਸੀ, ਸਮਝ ਆ ਗਈ ਨਾ, ਆਈ ਸੀ ਨਾ ਇਕੁਏਸ਼ਨ ਆਈ ਸੀ। ਜਦੋਂ ਆਪਾਂ ਬਿਜ਼ਨਸ ਨੂੰ ਵਾਈਂਡ ਅਪ ਕਰਨਾ, ਵਾਈਂਡਿੰਗ ਕੀਤੀ, ਵਾਈਂਡ ਅਪ ਕੀਤਾ, ਸਾਰਿਆਂ ਨਾਲੋਂ ਪਹਿਲਾਂ ਬਿਜ਼ਨਸ ਕੋ ਕਿੰਨਾ ਐਸਿਡ, ਕਿੰਨੇ ਆ ਐਸਿਡ ਆ ਨਾ, ਐਸਿਡ ਮਤਲਬ ਤੁਸੀਂ ਮੰਨ ਕੇ ਚਲੋ ਬਿਜ਼ਨਸ ਕੋਲੋਂ 1 ਲੱਖ ਦੇ ਐਸਿਡ ਆ, ਬਿਜ਼ਨਸ ਆਪਣੇ ਐਸਿਡ ਵੇਚੂਗਾ। ਠੀਕ ਆ। 1 ਲੱਖ ਦੇ ਐਸਿਡ ਆ। ਸਮਝ ਆਉਂਦੀ ਆ ਮੇਰੀ ਗੱਲ ਦੀ? ਠੀਕ ਹੈ। ਹੁਣ ਇਹਦੇ ਵਿੱਚ ਵੇਖੋ, ਜੇ ਮੈਂ ਤੁਹਾਨੂੰ ਸਮਝਾਵਾਂ, ਬਿਜ਼ਨਸ ਕੋ 1 ਲੱਖ ਦੇ ਐਸਿਡ ਆ, ਬਿਜ਼ਨਸ ਕੀ ਕਰੂਗਾ, ਐਸਿਡਸ ਦੇ ਵਿੱਚੋਂ ਲਾਇਬਿਲਿਟੀ ਮਾਈਨਸ ਕਰੂਗਾ। ਲਾਇਬਿਲਿਟੀ ਦਾ ਮਤਲਬ ਲਾਇਬਿਲਿਟੀਜ਼ ਪੇ ਕਰੂਗਾ। ਲਾਇਬਿਲਿਟੀਜ਼ ਕਿੰਨੀਆਂ, 80,000 ਦੀਆਂ। ਗੱਲ ਪੱਲੇ ਪੈ ਰਹੀ ਹੈ? ਠੀਕ ਹੈ। ਇਕੁਅਲਸ ਟੂ ਕੈਪੀਟਲ ਦਾ ਮਤਲਬ 20,000 ਕਿਹਨੂੰ ਬਚਿਆ, ਬਿਜ਼ਨਸਮੈਨ ਨੂੰ। ਹੁਣ ਇੱਥੇ ਸਮਝੋ ਧਿਆਨ ਦੇ ਨਾਲ, ਇੱਥੇ ਟੋਟਲ ਕੀ ਆ, ਟੋਟਲ ਕੈਪੀਟਲ ਇੱਥੇ ਕਿੰਨੀ, 20,000। ਕੈਪੀਟਲ ਦਾ ਮਤਲਬ ਕੀ ਹੁੰਦਾ ਵਾ ਕਿ ਜਿਹੜਾ ਬਿਜ਼ਨਸਮੈਨ ਨੇ ਆਪ ਪੈਸਾ ਲਾਇਆ, ਬਾਹਰੋਂ ਕਰਜ਼ਾ ਉਹਨੇ ਕਿੰਨੇ ਦਾ ਲਿਆ ਸੀ, 80,000 ਦਾ। ਟੋਟਲ ਐਸਿਡ ਕਿੰਨੇ ਦੇ ਆਏ, 1 ਲੱਖ ਦੇ। ਧਿਆਨ ਨਾਲ ਸਮਝੋ, ਕੈਪੀਟਲ ਦਾ ਮਤਲਬ ਓਨਰ ਨੇ ਪੈਸਾ ਕਿੰਨਾ ਲਾਇਆ, 20,000 ਰੁਪਏ। ਓਨਰ ਨੇ ਕਿੰਨਾ ਪੈਸਾ ਲਿਆਂਦਾ ਸੀ ਬਿਜ਼ਨਸ ਦੇ ਵਿੱਚ, 20,000। ਬਾਹਰੋਂ ਕਰਜ਼ਾ ਉਹਨੇ ਕਿੰਨੇ ਦਾ ਲਿਆ, 80,000। ਇਹਦਾ ਮਤਲਬ ਉਹਦੇ ਕੋਲ ਟੋਟਲ ਪੈਸਾ ਕਿੰਨਾ ਹੋ ਗਿਆ, ਲੱਖ ਰੁਪਈਆ ਹੋ ਗਿਆ। 20,000 ਪਲੱਸ 80,000 ਕਿੰਨਾ ਆ ਗਿਆ, ਲੱਖ ਰੁਪਈਆ। ਲੱਖ ਰੁਪਏ ਦਾ ਉਹਨੇ ਕੀ ਬਾਈ ਕੀਤੇ, ਐਸੈਟਸ ਬਾਈ ਕੀਤੇ। ਠੀਕ ਆ। ਹੁਣ ਜਦੋਂ ਬਿਜ਼ਨਸ ਬੰਦ ਹੋਣ ਲੱਗਾ, ਬਿਜ਼ਨਸ ਨੂੰ ਕੀ ਆ, ਬਿਜ਼ਨਸ ਕਹਿੰਦਾ ਕਿ ਉਹ ਘਾਟੇ 'ਚ ਜਾਂਦਾ, ਉਹਦੇ ਕੋਲ ਐਸੈਟਸ ਕਿੰਨੇ ਬਚੇ, 1 ਲੱਖ ਰੁਪਏ ਦੇ। ਐਸੈਟਸ ਕਿੰਨੇ ਬਚੇ ਉਹਦੇ ਕੋਲ, 1 ਲੱਖ ਦੇ। 1 ਲੱਖ ਦੇ ਵਿੱਚੋਂ ਐਸੈਟ ਜਦੋਂ ਵੇਚੂਗਾ ਉਹਨੂੰ ਪੈਸੇ ਕਿੰਨੇ ਮਿਲੇ, 1 ਲੱਖ ਰੁਪਈਆ ਮਿਲਿਆ। 1 ਲੱਖ ਰੁਪਇਆ ਐਸੈਟਸ ਵੇਚਦੇ ਪੈਸੇ ਕਿੰਨੇ ਬਚੇ, 1 ਲੱਖ ਰੁਪਈਆ ਬਚਿਆ। ਜਦੋਂ 1 ਲੱਖ ਰੁਪਈਆ ਬਚਿਆ, ਉਹਦੇ ਵਿੱਚੋਂ ਸਾਰਿਆਂ ਨਾਲੋਂ ਪੈਸਾ ਬਾਹਰ ਦੇ ਲੋਕਾਂ ਦਾ ਪੈਸਾ ਵਾਪਸ ਕਰੂਗਾ। ਬਾਹਰ ਦੇ ਲੋਕ ਜਿਹੜੇ ਜਿਨ੍ਹਾਂ ਲੋਕਾਂ ਕੋਲ ਪੈਸਾ ਬਾਏ ਕੀਤਾ। ਠੀਕ ਆ। 1 ਲੱਖ 'ਚੋਂ 80,000 ਮਾਈਨਸ ਹੋ ਗਿਆ। ਠੀਕ ਆ। ਕਿੰਨਾ ਬਚਿਆ, ਕੈਪੀਟਲ ਕਿੰਨੀ ਬਚੀ, 20,000। ਉਹ 20,000 ਕਿਹਦੀ ਆ, ਓਨਰ ਦੀ। ਗੱਲ ਸਮਝ ਆ ਰਹੀ ਹੈ? ਐਂਟਰੀ ਉਲਟ ਹੋ ਗਈ, ਵਾਈਂਡਿੰਗ ਅਪ ਦੇ ਵਿੱਚ ਐਂਟਰੀ ਉਲਟ ਕਿਉਂ ਹੋ ਗਈ ਆ, ਕਿਉਂ ਹੋ ਗਈ? ਦੇਖੋ ਬੱਚੇ, ਐਸਿਡ ਹੀ ਜਿੰਨੇ, ਐਸਿਡ 1 ਲੱਖ ਦੇ, ਐਸਿਡਸ ਮਾਈਨਸ ਲਾਇਬਿਲਿਟੀ। ਜਿੰਨਾ ਮੇਰੇ ਕੋਲ ਪੈਸਾ ਹੈ ਮੈਂ ਉਹਦੇ ਵਿੱਚੋਂ ਕੀ ਡਿਡਕਟ ਕਰਤਾ, ਜਿਹੜੇ ਲੋਕਾਂ ਦੇ ਪੈਸੇ ਦੇਣੇ ਸੀ, 80,000 ਦੇਤਾ, ਲੱਖ 'ਚੋਂ 80,000 ਦੇਤਾ, ਰਹਿ ਕਿੰਨਾ ਗਿਆ, 20,000। 20,000 ਮੇਰੀ ਕੀ ਆ, ਕੈਪੀਟਲ ਦਾ ਮਤਲਬ ਜਿਹੜਾ ਓਨਰ ਨੇ ਪੈਸਾ ਲਾਇਆ ਹੈ।
ਸਮਝ ਆ ਰਹੀ ਆ ਕਿ ਨਹੀਂ ਆ ਰਹੀ, ਠੀਕ ਹੈ ਜੀ। ਇਹ ਜੋ ਉਦੋਂ ਹੁੰਦਾ ਜਦੋਂ ਵਾਈਂਡਿੰਗ ਅਪ ਹੁੰਦੀ ਹੈ, ਇਹ ਧਿਆਨ ਨਾਲ ਕਰਨਾ ਹੈ। ਹੁਣ ਨਹੀਂ ਸਮਝ ਆਊਗੀ ਮੈਂ ਦੁਬਾਰਾ ਕਰਾਉਂਗੀ ਬੱਚੇ, ਆਹ ਚੀਜ਼ ਕਰਕੇ ਉਸ ਤੋਂ ਬਾਅਦ ਹੁਣ ਆਪਾਂ ਕੀ ਕਰਨਾ ਵਾ ਅਗਲੇ ਨੈਕਸਟ ਟੋਪਿਕ ਦੇ ਵਿੱਚ, ਫੀਚਰਸ ਆਫ ਡਬਲ ਐਂਟਰੀ ਸਿਸਟਮ, ਠੀਕ ਹੈ ਜੀ।